परम सत्कारयोग साध संगत जी, रसना पवित्र करिए ते आखिए धन श्री गुरु अर्जन देव जी, धन श्री सतगुरु जगजीत सिंह जी, धन श्री सतगुरु उदय सिंह जी। साध संगत जी, असी पिछले काल तो गुरु अर्जन देव जी के प्रगट दिवस की खुशी विच उन्हां दे इतिहास का आनंद माण रहे हाँ। अज भी असी उसी लड़ी नूं अगे तोरदिआं आनंद माणांगे। जदों साहिबजादा गुरु हरगोबिंद जी 1.5-2 सालां दे हो गए तो गुरु जी वडाली तो वापस अमृतसर आ गए। वापस घर आण के गुरु जी ने शब्द उचारण किया, धनासरी महला 5वां, जिन तुम भेजे तिने बुलाए, सुख सहज से ती घर आओ, आनंद मंगल गुण गाओ सहज तुन, निश्चल राज कमाओ, तुम घर आवो मेरे मीत, तुमरे दुखी हरे आप निवारे, अपता पई बतीत, प्रगट किने प्रभ करनै हारे, नासन भाजन थाके, घर मंगलवा जिहनी तवाजै, अपने खसम निवाजे, अस्थिर रहो डोलो मत कबहू, गुर के बचन आधार, जय जयकार सगल भूमंडल, मुख उजल दरबार, जिनके जिय तिनै ही फेरे, आपे भया सहाई, अचरज किया करनै हारै, नानक सच वडियाई। ਇਹ ਸ਼ਬਦ ਗੁਰੂ ਜੀ ਨੇ ਆਪਣੇ ਮਹਿਲਾਂ ਵਿੱਚ ਅੰਮ੍ਰਿਤਸਰ ਆਣ ਕੇ ਸ਼੍ਰੀ ਹਰਗੋਬਿੰਦ ਜੀ ਨੂੰ ਲੋਰੀ ਅਤੇ ਅਸੀਸ ਵਜੋਂ ਸੁਣਾਇਆ ਸੀ। ਇਸ ਵਿੱਚ ਮੁੱਖ ਪ੍ਰਮਾਤਮਾ ਦਾ ਧੰਨਵਾਦ ਹੈ। ਗੱਲ ਇਹ ਸੀ ਕਿ ਚੰਦੂ ਆਦਿਕਾਂ ਦਾ ਚੁੱਕਿਆ ਹੋਇਆ ਸੁਲੀ ਖਾਂ ਦਿੱਲੀ ਤੋਂ ਚੜ੍ਹ ਕੇ ਗੁਰੂ ਜੀ ਨੂੰ ਅੰਮ੍ਰਿਤਸਰ ਤੋਂ ਕੱਢਣ ਵਾਸਤੇ ਆ ਰਿਹਾ ਸੀ, ਜਿਸ ਕਰਕੇ ਗੁਰੂ ਜੀ ਉਸ ਦੁਸ਼ਟ ਦਾ ਆਉਣ ਸੁਣ ਕੇ ਪਹਿਲਾਂ ਹੀ ਅੰਮ੍ਰਿਤਸਰ ਨੂੰ ਖਾਲੀ ਕਰਕੇ ਵਡਾਲੀ ਚਲੇ ਗਏ। ਪਰੰਤੂ ਸੁਲੀ ਖਾਂ ਦਿੱਲੀ ਤੋਂ ਆਉਂਦਾ ਹੋਇਆ ਰਸਤੇ ਵਿੱਚ ਆਪਣੇ ਮਿੱਤਰ ਬਾਬਾ ਪ੍ਰਿਥੀ ਚੰਦ ਜੀ ਪਾਸ ਗੁਰੂ ਕੇ ਕੋਠੇ ਠਹਿਰਿਆ ਅਤੇ ਦੂਜੇ ਦਿਨ ਇੱਟਾਂ ਦੇ ਭਖ ਰਹੇ ਆਵੇ ਵਿੱਚ ਆਵਾ ਵੇਖਣ ਲੱਗਾ, ਘੋੜੇ ਸਮੇਤ ਡਿੱਗ ਕੇ ਸੜ ਗਿਆ। ਇਸ ਵਾਰਤਾ ਪ੍ਰਥਾਏ ਆਪ ਜੀ ਨੇ ਸ਼ਬਦ ਉਚਾਰਨ ਕੀਤਾ, ਤੁਮਰੇ ਦੁਖੀ ਹਰੇ ਆਪ ਨਿਵਾਰੇ, ਅਪਤਾ ਭਈ ਬਤੀਤ। ਇਸ ਵਿੱਚ ਇਹੀ ਇਸ਼ਾਰਾ ਹੈ ਕਿ ਹੁਣ ਬਿਪਤਾ ਟਲ ਗਈ ਹੈ, ਪ੍ਰਭੂ ਨੇ ਦੁਖੀਆਂ ਨੂੰ ਆਪ ਹੀ ਸਮੇਟ ਲਿਆ ਹੈ। ਫਿਰ ਕਹਿੰਦੇ ਹਨ ਕਿ ਅਚਰਜ ਕੀਆ ਕਰਨੈ ਹਾਰੇ, ਨਾਨਕ ਸੱਚ ਵਡਿਆਈ। ਇਹ ਅਚਰਜ ਕੌਤਕ ਸੁਲੀ ਖਾਂ ਨੂੰ ਇਸ ਤਰ੍ਹਾਂ ਮਾਰਨ ਵਾਲਾ ਆਪ ਹੀ ਕਰਤਾਰ ਨੇ ਕੀਤਾ ਹੈ। ਇਹ ਉਸ ਦੀ ਆਪਣੀ ਵਡਿਆਈ ਹੈ ਕਿ ਆਪਣੇ ਸੇਵਕਾਂ ਦੀ ਆਪੇ ਹੀ ਪੈਜ ਰੱਖਦਾ ਹੈ। ਹੇ ਮੇਰੇ ਲਾਲ ਹਰਗੋਬਿੰਦ ਜੀ, ਹੁਣ ਤੁਸੀਂ ਖੁਸ਼ੀਆਂ ਨਾਲ ਵਸੋ ਰਸੋ ਤੇ ਰਾਜ ਭੋਗੋ। ਇਹ ਅੰਮ੍ਰਿਤਸਰ ਵਾਪਸ ਆਉਣ ਵਾਲੀ ਵਾਰਤਾ ਸੰਮਤ 1653 ਦੇ ਅੰਤ ਦੀ ਹੋਈ। ਵਡਾਲੀ ਤੋਂ ਵਾਪਸ ਆਣ ਕੇ ਜਦ ਸ਼੍ਰੀ ਹਰਮੰਦਰ ਸਾਹਿਬ ਦੀ ਰਚਨਾ ਸੰਪੂਰਨ ਹੋ ਗਈ ਤਾਂ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਆਦਿਕ ਸਿਆਣੇ ਗੁਰ ਸਿੱਖਾਂ ਨੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਜਿਵੇਂ ਹਰ ਇੱਕ ਮੰਦਰ ਵਿੱਚ ਆਪਣੇ ਕਿਸੇ ਨਾ ਕਿਸੇ ਇਸ਼ਟ ਦੇਵ ਦੀ ਮੂਰਤੀ ਸਥਾਪਨਾ ਕੀਤੀ ਜਾਂਦੀ ਹੈ, ਤਿਵੇਂ ਇਸ ਮੰਦਰ ਵਿੱਚ ਕਿਹੜੀ ਮੂਰਤੀ ਸਥਾਪਨ ਕਰਨ ਦੀ ਆਗਿਆ ਹੈ। ਗੁਰੂ ਜੀ ਨੇ ਫਰਮਾਇਆ ਕਿ ਇਹ ਨਿਰਗੁਣ ਸਰੂਪ ਅਕਾਲ ਪੁਰਖ ਦਾ ਹਰਿਮੰਦਰ ਹੈ। ਇਸ ਵਿੱਚ ਗੁਰੂ ਸਾਹਿਬਾਂ ਦੀ ਉਪਦੇਸ਼ਮਈ ਨਿਰਗੁਣ ਸਰੂਪ ਬਾਣੀ ਦਾ ਨਿਵਾਸ ਕਰਨਾ ਹੀ ਯਥਾਰਥ ਹੈ। ਇਸ ਵਾਸਤੇ ਅੱਜ ਹੀ ਸਾਰੇ ਸਿੱਖੀ ਮੰਡਲ ਵਿੱਚ ਸਿੱਖਾਂ ਨੂੰ ਹੁਕਮਨਾਮੇ ਭੇਜ ਦਿਓ। ਇਹ ਪੋਥੀ ਸਾਹਿਬ ਦਾ ਪ੍ਰਕਾਸ਼ ਗੁਰੂ ਜੀ ਨੇ ਹਰਿਮੰਦਰ ਵਿੱਚ ਭਾਦਰੋਂ ਸੁਦੀ ਏਕਮ ਸੰਮਤ 1661 ਨੂੰ ਕਰਕੇ ਬਾਬਾ ਬੁੱਢਾ ਜੀ ਨੂੰ ਇਸ ਦਾ ਗ੍ਰੰਥੀ ਨਿਯਤ ਕੀਤਾ। ਬਾਣੀ ਇਕੱਤਰ ਕਰਕੇ ਲਿਖਾਉਣਾ ਆਰੰਭ ਕਰਨ ਤੋਂ ਪਹਿਲਾਂ ਗੁਰੂ ਜੀ ਨੇ ਜੋ ਇਕਾਂਤ ਥਾਂ ਇਸ ਕੰਮ ਵਾਸਤੇ ਚੁਣੀ ਸੀ, ਉੱਥੇ ਬ੍ਰਿਛਾਂ ਦੇ ਝੁੰਡ ਵਿੱਚ ਇੱਕ ਨਿਰਮਲ ਜਲ ਦੀ ਛੱਪੜੀ ਸੀ। ਗੁਰੂ ਜੀ ਨੇ ਇਸ ਨੂੰ ਸਾਫ਼ ਕਰਕੇ ਕੁਝ ਹੋਰ ਜਲ ਦੀ ਇਕੱਤਰਤਾ ਵਾਸਤੇ ਡੂੰਘਾ ਕਰ ਦਿੱਤਾ। ਉਪਰੰਤ ਜਦ ਇਸ ਦੇ ਪਾਸ ਤੰਬੂ ਹੇਠ ਬੈਠ ਕੇ ਸਾਰੀ ਬਾਣੀ ਲਿਖੀ ਗਈ ਤਾਂ ਸਤਿਗੁਰੂ ਜੀ ਨੇ ਇਸ ਦਾ ਨਾਮ ਰਾਮਸਰ ਰੱਖ ਦਿੱਤਾ, ਕਿਉਂਕਿ ਇੱਥੇ ਬੈਠ ਕੇ ਕਈ ਮਹੀਨੇ ਰਾਮ ਦੇ ਗੁਣ ਗਾਏ ਗਏ ਸਨ। ਇਸ ਦੇ ਕਿਨਾਰੇ ਹੀ ਬੇਰੀ ਹੇਠ ਬੈਠ ਕੇ ਸ਼੍ਰੀ ਸੁਖਮਨੀ ਸਾਹਿਬ ਅਤੇ ਹੋਰ ਬੇਅੰਤ ਬਾਣੀ ਰਚੀ ਗਈ ਸੀ। ਇਸ ਕਰਕੇ ਇਹ ਰਾਮ ਨਾਮ ਦਾ ਭਰਿਆ ਹੋਇਆ ਸਰੋਵਰ ਹੈ।
ਗੁਰੂ ਜੀ ਨੇ ਹਰ ਸਮੇਂ ਅਤੇ ਹਰ ਲੋੜ ਅਨੁਸਾਰ ਪ੍ਰਾਣੀ ਮਾਤਰ ਦੇ ਉਪਦੇਸ਼ ਅਤੇ ਉਧਾਰ ਵਾਸਤੇ ਬਹੁਤ ਸਾਰੀ ਬਾਣੀ ਉਚਾਰਨ ਕੀਤੀ। ਆਪ ਜੀ ਦੇ 2216 ਸ਼ਬਦ ਸ਼ਲੋਕ ਆਦਿਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਇਹਨਾਂ ਵਿੱਚੋਂ ਇੱਕ ਬਾਣੀ ਸ਼੍ਰੀ ਸੁਖਮਨੀ ਸਾਹਿਬ ਹੈ। ਇਸ ਦੇ ਪਾਠ ਨਾਲ ਬੇਅੰਤ ਪ੍ਰਾਣੀਆਂ ਦਾ ਉਧਾਰ ਹੋ ਰਿਹਾ ਹੈ। ਇਸ ਦਾ ਨੇਮ ਨਾਲ ਪਾਠ ਕਰਨ ਵਾਲੇ ਪੁਰਸ਼ ਦਾ ਕੋਈ ਵੀ ਕੰਮ ਅਟਕਿਆ ਨਹੀਂ ਰਹਿੰਦਾ। ਇਸ ਪ੍ਰਥਾਏ ਫਰਮਾਇਆ ਹੈ, ਸਭ ਤੇ ਊਚ ਤਾਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖ ਮਨੀ। ਗ੍ਰੰਥ ਦੀ ਰਚਨਾ ਵੇਖ ਕੇ ਈਰਖਾਵਾਦੀ ਬ੍ਰਾਹਮਣਾਂ ਅਤੇ ਮੁਸਲਮਾਨੀਆਂ ਨੇ ਇਸ ਦੀ ਵਿਰੋਧਤਾ ਕਰਨੀ ਆਰੰਭ ਕਰ ਦਿੱਤੀ। ਦੋਹਾਂ ਧੜਿਆਂ ਨੇ ਅਕਬਰ ਬਾਦਸ਼ਾਹ ਪਾਸ ਸ਼ਿਕਾਇਤ ਕੀਤੀ ਕਿ ਗੁਰੂ ਜੀ ਨੇ ਆਪਣੇ ਗ੍ਰੰਥ ਵਿੱਚ ਹਿੰਦੂ ਅਤੇ ਮੁਸਲਮਾਨ ਦੋਹਾਂ ਦੇ ਅਵਤਾਰਾਂ ਅਤੇ ਪੈਗੰਬਰਾਂ ਨੂੰ ਨਿੰਦਿਆ ਹੈ। ਇਸ ਦੇ ਪ੍ਰਚਾਰ ਨੂੰ ਬੰਦ ਕੀਤਾ ਜਾਵੇ। ਇਹ ਸ਼ਿਕਾਇਤ ਸੁਣ ਕੇ ਅਕਬਰ ਨੇ ਜੋ ਦਿੱਲੀ ਤੋਂ ਲਾਹੌਰ ਨੂੰ ਜਾਂਦਾ ਹੋਇਆ ਗੁਰਦਾਸਪੁਰ ਠਹਿਰਿਆ ਹੋਇਆ ਸੀ, ਗੁਰੂ ਜੀ ਤੋਂ ਗ੍ਰੰਥ ਸਾਹਿਬ ਦਰਸ਼ਨ ਕਰਨ ਵਾਸਤੇ ਮੰਗਵਾ ਭੇਜਿਆ। ਗੁਰੂ ਜੀ ਨੇ ਭਾਈ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਗ੍ਰੰਥ ਸਾਹਿਬ ਦੇ ਕੇ ਬਾਦਸ਼ਾਹ ਪਾਸ ਗੁਰਦਾਸਪੁਰ ਭੇਜ ਦਿੱਤਾ। ਅਕਬਰ ਨੇ ਕਿਹਾ, ਇਸ ਨੂੰ ਪੜ੍ਹ ਕੇ ਸੁਣਾਓ, ਇਸ ਵਿੱਚ ਕੀ ਲਿਖਿਆ ਹੋਇਆ ਹੈ। ਤਦ ਭਾਈ ਬੁੱਢਾ ਜੀ ਨੇ ਵਾਕ ਲਿਆ ਤਾਂ ਇਹ ਸ਼ਬਦ ਆਇਆ, ਖਾਕ ਨੂਰ ਕਰਦੰ ਆਲਮ ਦੁਨੀਆਏ, ਅਸਮਾਨ ਜਿਮੀ ਦਰਖਤ ਆਪ ਪੈਦਾਇਸ਼ ਖੁਦਾਏ, ਬੰਦੇ ਚਸਮ ਦੀਦੰਗ ਫਨਾਏ, ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਏ। ਇਸ ਸਾਰੇ ਸ਼ਬਦ ਨੂੰ ਸੁਣ ਕੇ ਅਕਬਰ ਬਾਦਸ਼ਾਹ ਬੜਾ ਹੀ ਪ੍ਰਸੰਨ ਹੋਇਆ ਅਤੇ ਧਰਮ ਪੁਸਤਕ ਦੇ ਸਤਿਕਾਰ ਵਜੋਂ ਸਿਰੋਂ ਪਾਓ ਦੇ ਕੇ ਗ੍ਰੰਥ ਨੂੰ ਭਾਈ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੇ ਹੱਥ ਵਾਪਸ ਭੇਜ ਦਿੱਤਾ। ਲਾਹੌਰ ਤੋਂ ਦਿੱਲੀ ਨੂੰ ਵਾਪਸ ਜਾਂਦਾ ਹੋਇਆ ਅਕਬਰ ਬਾਦਸ਼ਾਹ ਅੰਮ੍ਰਿਤਸਰ ਆਇਆ ਅਤੇ ਗੁਰੂ ਜੀ ਨੂੰ ਮਿਲ ਕੇ ਬੜਾ ਹੀ ਪ੍ਰਸੰਨ ਹੋਇਆ। ਬਾਦਸ਼ਾਹ ਨੇ ਗੁਰੂ ਜੀ ਦੇ ਲੰਗਰ ਵਾਸਤੇ ਕੁਝ ਭੇਟਾ ਦੇਣੀ ਚਾਹੀ, ਪਰ ਗੁਰੂ ਜੀ ਨੇ ਕਿਹਾ ਕਿ ਇਸ ਸਾਲ ਦੇਸ਼ ਵਿੱਚ ਮੀਂਹ ਨਾ ਪੈਣ ਕਰਕੇ ਫਸਲ ਬਹੁਤ ਘੱਟ ਹੋਈ ਹੈ, ਇਸ ਵਾਸਤੇ ਜ਼ਿਮੀਂਦਾਰਾਂ ਨੂੰ ਇਸ ਫਸਲ ਦਾ ਮਾਮਲਾ ਮਾਫ ਕੀਤਾ ਜਾਵੇ। ਇਹ ਲੋਕ ਭਲਾਈ ਦੀ ਸਾਂਝੀ ਗੱਲ ਸੁਣ ਕੇ ਅਕਬਰ ਬੜਾ ਹੀ ਪ੍ਰਸੰਨ ਹੋਇਆ ਅਤੇ ਜ਼ਿਮੀਂਦਾਰਾਂ ਨੂੰ ਉਸ ਸਾਲ ਦਾ ਮਾਮਲਾ ਮਾਫ ਕਰ ਗਿਆ। ਪੰਜਾਬ ਤੋਂ ਵਾਪਸ ਆਗਰੇ ਪਹੁੰਚ ਕੇ ਅਕਬਰ ਬਾਦਸ਼ਾਹ ਕੱਤਕ ਸੰਮਤ 1662 ਸਨ ਈਸਵੀ 1605 ਅਕਤੂਬਰ ਦੀ 16 ਤਰੀਕ ਨੂੰ ਚਲਾਣਾ ਕਰ ਗਿਆ। ਅਕਬਰ ਆਪਣੇ ਪੋਤਰੇ ਜਹਾਂਗੀਰ ਦੇ ਪੁੱਤਰ ਖੁਸਰੋ ਨੂੰ ਆਪਣੇ ਪਿੱਛੋਂ ਬਾਦਸ਼ਾਹੀ ਦਾ ਤਾਜ ਤਖਤ ਦੇਣਾ ਚਾਹੁੰਦਾ ਸੀ, ਪਰ ਜਹਾਂਗੀਰ ਜੋ ਉਸ ਵੇਲੇ ਦਿੱਲੀ ਸੀ ਆਪਣੀ ਬਾਦਸ਼ਾਹੀ ਦਾ ਐਲਾਨ ਕਰਕੇ ਤਖਤ ਉੱਤੇ ਬੈਠ ਗਿਆ। ਖੁਸਰੋ ਜੋ ਅਜੇ ਆਗਰੇ ਹੀ ਆਪਣੇ ਬਾਬੇ ਅਕਬਰ ਦੀ ਮੌਤ ਦੇ ਸੋਗ ਵਿੱਚ ਬੈਠਾ ਸੀ, ਉਸ ਨੂੰ ਜਹਾਂਗੀਰ ਨੇ ਬਾਗੀ ਕਰਾਰ ਦੇ ਦਿੱਤਾ। ਜਹਾਂਗੀਰ ਦਾ ਇਹ ਐਲਾਨ ਸੁਣ ਕੇ ਖੁਸਰੋ ਆਗਰੇ ਤੋਂ ਥੋੜ੍ਹੀ ਜਿਹੀ ਫੌਜ ਜੋ ਉਸ ਵੇਲੇ ਆਗਰੇ ਸੀ ਲੈ ਕੇ ਕਾਬਲ ਨੂੰ ਭੱਜ ਗਿਆ। ਰਸਤੇ ਵਿੱਚ ਗੋਇੰਦਵਾਲ ਦੇ ਪੱਤਣ ਤੋਂ ਲੰਘਣ ਲੱਗਾ ਖੁਸਰੋ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਵੀ ਮਿਲਿਆ ਅਤੇ ਲੰਗਰ ਵਿੱਚੋਂ ਰਾਹ ਵਾਸਤੇ ਕੁਝ ਰਸਦ ਅਤੇ ਗੁਰੂ ਜੀ ਤੋਂ ਆਸ਼ੀਰਵਾਦ ਲੈ ਕੇ ਲਾਹੌਰ ਨੂੰ ਚਲਿਆ ਗਿਆ। ਖੁਸਰੋ ਦੇ ਪਿੱਛੇ ਹੀ ਉਸ ਨੂੰ ਫੜਨ ਵਾਸਤੇ ਜਹਾਂਗੀਰ ਫੌਜ ਲੈ ਕੇ ਆ ਰਿਹਾ ਸੀ। ਖੁਸਰੋ ਜੇਹਲਮ ਦਰਿਆ ਲੰਘਣ ਲੱਗਾ, ਫੜਿਆ ਗਿਆ ਅਤੇ ਲਾਹੌਰ ਵਿੱਚ ਸਣੇ ਆਪਣੇ ਫੌਜੀ ਸਾਥੀਆਂ ਦੇ ਕਤਲ ਕੀਤਾ ਗਿਆ। ਲਾਹੌਰ ਬੈਠ ਕੇ ਜਹਾਂਗੀਰ ਨੇ ਸਭ ਨੂੰ ਜਿਨ੍ਹਾਂ ਨੇ ਕਿਸੇ ਢੰਗ ਨਾਲ ਵੀ ਖੁਸਰੋ ਦੀ ਮਦਦ ਕੀਤੀ ਸੀ ਸਖਤ ਸਜ਼ਾਵਾਂ ਦਿੱਤੀਆਂ। ਜਦ ਉਸ ਨੂੰ ਪਤਾ ਲੱਗਾ ਕਿ ਗੁਰੂ ਜੀ ਨੇ ਵੀ ਉਸ ਬਾਗੀ ਖੁਸਰੋ ਨੂੰ ਰਸਦ ਪਾਣੀ ਆਸ਼ੀਰਵਾਦ ਦਿੱਤੀ ਹੈ ਤਾਂ ਉਸਨੇ ਆਪਣੇ ਰੋਜ਼ ਨਾਮਚੇ ਵਿੱਚ ਲਿਖਿਆ, ਮੈਂ ਉਸ ਗੁਰੂ ਜੀ ਦੇ ਝੂਠ ਨੂੰ ਪਹਿਲਾਂ ਹੀ ਬੜੀ ਚੰਗੀ ਤਰ੍ਹਾਂ ਜਾਣਦਾ ਸਾਂ, ਇਸ ਵਾਸਤੇ ਖੁਸਰੋ ਦੀ ਮਦਦ ਕੀਤੀ ਸੁਣ ਕੇ ਮੈਂ ਉਸ ਗੁਰੂ ਦੇ ਘਰ-ਬਾਰ ਤੇ ਜਾਇਦਾਦ ਨੂੰ ਜ਼ਬਤ ਕਰਕੇ ਹੁਕਮ ਦਿੱਤਾ ਕਿ ਉਸ ਨੂੰ ਮੌਤ ਦੀ ਕਰੜੀ ਸਜ਼ਾ ਦਿੱਤੀ ਜਾਵੇ। ਜਹਾਂਗੀਰ ਦੇ ਇਸ ਹੁਕਮ ਅਨੁਸਾਰ ਸਤਿਗੁਰੂ ਜੀ ਨੂੰ ਲਾਹੌਰ ਸੱਦਿਆ ਗਿਆ ਅਤੇ 29 ਮਈ ਸਨ 1606 ਮੁਤਾਬਕ ਜੇਠ ਸੁਦੀ ਚੌਥ
ਸੰਮਤ 1663 ਨੂੰ ਰਾਵੀ ਦਰਿਆ ਦੇ ਕੰਢੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਲਾਹੌਰ ਜਾਣ ਤੋਂ ਪਹਿਲਾਂ ਗੁਰੂ ਜੀ ਨੇ ਆਪਣੇ ਸਪੁੱਤਰ ਸ਼੍ਰੀ ਹਰਗੋਬਿੰਦ ਜੀ ਨੂੰ ਆਪਣੇ ਥਾਂ ਗੁਰਤਾ ਗੱਦੀ ਦਾ ਤਿਲਕ ਦੇ ਦਿੱਤਾ ਸੀ। ਗੁਰੂ ਜੀ ਦੀ ਸ਼ਹੀਦੀ ਦੇ ਅਸਲ 3 ਕਾਰਨ ਸਨ, ਜਿਨ੍ਹਾਂ ਕਰਕੇ ਵਿਰੋਧੀਆਂ ਵੱਲੋਂ ਬਾਦਸ਼ਾਹ ਨੂੰ ਖੁਸਰੋ ਦੀ ਸਹਾਇਤਾ ਦੇ ਬਹਾਨੇ ਭੜਕਾ ਕੇ ਉਸ ਤੋਂ ਇਤਨਾ ਸਖਤ ਹੁਕਮ ਲੈ ਕੇ ਆਪ ਜੀ ਨੂੰ ਸ਼ਹੀਦ ਕੀਤਾ ਗਿਆ। ਪਹਿਲਾ, ਚੰਦੂ ਦੀ ਲੜਕੀ ਦਾ ਨਾਤਾ ਮੋੜਨਾ। ਚੰਦੂ ਲਾਹੌਰ ਦੇ ਰਹਿਣ ਵਾਲਾ ਖੱਤਰੀ ਬਾਦਸ਼ਾਹ ਜਹਾਂਗੀਰ ਦਾ ਦੀਵਾਨ ਸੀ। ਇਹ ਆਪਣੀ ਧੀ ਦਾ ਨਾਤਾ ਗੁਰੂ ਹਰਗੋਬਿੰਦ ਜੀ ਨਾਲ ਕਰਨਾ ਚਾਹੁੰਦਾ ਸੀ, ਪਰ ਦਿੱਲੀ ਦੀ ਸੰਗਤ ਨੇ ਜਦ ਇਸ ਦੇ ਇਸ ਅਹੰਕਾਰ ਭਰੇ ਬਚਨ ਆਪਣੇ ਲਾਗੀ ਬ੍ਰਾਹਮਣ ਨੂੰ ਕਹਿੰਦੇ ਸੁਣੇ ਕਿ ਤੂੰ ਚੌਬਾਰੇ ਦੀ ਇੱਟ ਮੋਰੀ ਨੂੰ ਨਾਲ ਆਇਆ ਹੈ, ਤਾਂ ਸੰਗਤ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਲਿਖਿਆ ਕਿ ਇਸ ਹੰਕਾਰੀ ਦਾ ਨਾਤਾ ਨਹੀਂ ਲੈਣਾ। ਇਹ ਆਪ ਉੱਚਾ ਚੌਬਾਰਾ ਬਣਿਆ ਹੈ ਤੇ ਆਪ ਜੀ ਨੂੰ ਨੀਵਾਂ ਮੋਰੀ ਸਮਾਨ ਆਖਿਆ ਹੈ। ਸਿੱਖਾਂ ਦੀ ਇਹ ਬੇਨਤੀ ਪ੍ਰਵਾਨ ਕਰਕੇ ਗੁਰੂ ਜੀ ਨੇ ਚੰਦੂ ਦੀ ਲੜਕੀ ਦਾ ਨਾਤਾ ਲੈਣ ਤੋਂ ਇਨਕਾਰ ਕਰ ਦਿੱਤਾ, ਜਿਸ ਕਰਕੇ ਆਪਣੀ ਬਹੁਤ ਨਿਰਾਦਰੀ ਹੋਈ ਸਮਝ ਕੇ ਇਹ ਗੁਰੂ ਜੀ ਦਾ ਵੈਰੀ ਨੰਬਰ 1 ਬਣ ਗਿਆ। ਦੂਜਾ ਕਾਰਨ, ਬਾਬਾ ਪ੍ਰਿਥੀ ਚੰਦ ਜੀ ਨੂੰ ਗੁਰੂ ਗੱਦੀ ਨਾ ਮਿਲਣੀ। ਤੀਜਾ, ਮੌਲਵੀਆਂ ਤੇ ਪੰਡਤਾਂ ਦੀ ਈਰਖਾ ਕਿ ਇਹਨਾਂ ਨੇ ਆਪਣੀ ਨਵੀਂ ਬਣਾਈ ਪੁਸਤਕ ਯਾਨੀ ਗ੍ਰੰਥ ਸਾਹਿਬ ਵਿੱਚ ਹਿੰਦੂਆਂ ਦੀ ਮੂਰਤੀ ਪੂਜਾ ਅਤੇ ਮੁਸਲਮਾਨਾਂ ਦੀ ਨਮਾਜ਼ ਅਤੇ ਰੋਜ਼ਿਆਂ ਦੀ ਨਿਖੇਧੀ ਕੀਤੀ ਹੈ। ਇਹ ਸਨ ਗੁਰੂ ਜੀ ਦੀ ਸ਼ਹੀਦੀ ਦੇ ਭਾਈਚਾਰਕ ਅਤੇ ਸਮਾਜਕ ਅਸਲ ਕਾਰਨ। ਪਰੰਤੂ ਜਿਸ ਕਾਰਨ ਨੂੰ ਮੁੱਖ ਰੱਖ ਕੇ ਜਹਾਂਗੀਰ ਨੂੰ ਚੰਦੂ ਸ਼ਾਹ ਵੱਲੋਂ ਭੜਕਾਇਆ ਗਿਆ, ਉਹ ਸੀ ਖੁਸਰੋ ਨੂੰ ਅਤੇ ਉਸ ਦੇ 400-500 ਆਦਮੀਆਂ ਨੂੰ ਲੰਗਰ ਵਿੱਚੋਂ ਰੋਟੀ ਅਤੇ ਸ਼ਾਹੀ ਤਖਤ ਦੀ ਪ੍ਰਾਪਤੀ ਵਾਸਤੇ ਆਸ਼ੀਰਵਾਦ ਦੇਣੇ, ਕਿਉਂਕਿ ਗੁਰੂ ਕਾ ਲੰਗਰ ਪੱਖ ਪਾਤ ਰਹਿਤ ਸਭ ਵਾਸਤੇ ਸਾਂਝਾ ਹੁੰਦਾ ਹੈ। ਇਸ ਵਾਸਤੇ ਖੁਸਰੋ ਨੂੰ ਲੰਗਰ ਵਿੱਚੋਂ ਰੋਟੀ ਦੇਣੀ ਗੁਰੂ ਕੇ ਲੰਗਰ ਦੇ ਨਿਯਮ ਅਨੁਸਾਰ ਸੀ ਅਤੇ ਸ਼ਰਨ ਆਏ ਨੂੰ ਆਸ਼ੀਰਵਾਦ ਦੇਣੀ ਵੀ ਮਹਾਂਪੁਰਸ਼ਾਂ ਦੀ ਨੀਤੀ ਅਨੁਸਾਰ ਇੱਕ ਸਾਧਾਰਨ ਗੱਲ ਸੀ, ਜਿਸ ਨੂੰ ਜਹਾਂਗੀਰ ਨੇ ਕ੍ਰੋਧਵਸ ਹੋ ਕੇ ਅਯੋਗ ਸਮਝਿਆ ਤੇ ਗੁਰੂ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ। ਗੁਰੂ ਜੀ ਨੇ ਕੁੱਲ 43 ਵਰ੍ਹੇ 1 ਮਹੀਨਾ ਅਤੇ 15 ਦਿਨ ਸਰੀਰ ਕਰਕੇ ਸੰਸਾਰ ਦੀ ਯਾਤਰਾ ਕੀਤੀ, ਜਿਸ ਵਿੱਚੋਂ ਆਪ ਜੀ 24 ਵਰ੍ਹੇ 9 ਮਹੀਨੇ ਅਤੇ 21 ਦਿਨ ਗੁਰਤਾ ਗੱਦੀ ਉੱਤੇ ਬਿਰਾਜਮਾਨ ਰਹੇ। ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਸਿੱਧ ਗੁਰਦੁਆਰੇ ਅਸਥਾਨ ਵੀ ਹਨ। ਪਹਿਲਾ ਲਾਹੌਰ, ਦੀਵਾਨਖਾਨਾ ਚੂਨੇ ਮੰਡੀ ਅਤੇ ਡੇਰਾ ਸਾਹਿਬ ਸ਼ਹੀਦੀ ਅਸਥਾਨ। ਦੂਜਾ ਅੰਮ੍ਰਿਤਸਰ। ਤੀਜਾ ਜਲੰਧਰ। ਅੰਮ੍ਰਿਤਸਰ ਵਿੱਚ ਗੁਰਦੁਆਰਾ ਰਾਮਸਰ, ਗੁਰੂ ਕਾ ਬਾਗ, ਛੇਹਰਟਾ, ਗੁਰੂ ਕੀ ਵਡਾਲੀ, ਮੰਜੀ ਸਾਹਿਬ, ਪਿੰਡ ਖਾਰਾ ਅਤੇ ਤਰਨਤਾਰਨ ਸਾਹਿਬ। ਜਲੰਧਰ ਵਿੱਚ ਕਰਤਾਰਪੁਰ, ਸ਼ੀਸ਼ ਮਹਿਲ, ਗੁਰੂ ਕੇ ਮਹਿਲ, ਥੰਮ ਸਾਹਿਬ। ਗੁਰੂ ਜੀ ਦਾ ਮੁੱਖ ਉਪਦੇਸ਼ ਕੀ ਸੀ? ਪਿਛਲੀ ਰਾਤ ਉੱਠ ਕੇ ਇਸ਼ਨਾਨ ਕਰਕੇ ਗੁਰੂ ਮੰਤਰ ਦਾ ਸਿਮਰਨ ਕਰਨਾ, ਬਾਣੀ ਪੜ੍ਹਨੀ, 10 ਨੌਹਾਂ ਦੀ ਕਿਰਤ ਵਿਰਤ ਕਰਕੇ ਗੁਜਰਾਨ ਕਰਨੀ ਅਤੇ ਭੁੱਖੇ ਨੰਗੇ ਲੋੜਵੰਦ ਦੀ ਅੰਨ ਬਸਤਰ ਨਾਲ ਸੇਵਾ ਕਰਨੀ, ਹਉਮੈ ਦਾ ਤਿਆਗ ਕਰਨਾ, ਭਾਣਾ ਮੰਨਣਾ, ਪ੍ਰੇਮ ਤੇ ਸ਼ਰਧਾ ਨਾਲ ਕਥਾ ਤੇ ਕੀਰਤਨ ਸੁਣਨਾ, ਸਤ ਸੰਗਤ ਕਰਨੀ। ਗੁਰੂ ਜੀ ਦੇ ਪਰਉਪਕਾਰ ਬਹੁਤ ਹਨ। ਅੰਮ੍ਰਿਤਸਰ ਅਤੇ ਸੰਤੋਖਸਰ ਸਰੋਵਰਾਂ ਨੂੰ ਸੰਪੂਰਨ ਕੀਤਾ, ਹਰਿਮੰਦਰ ਸਾਹਿਬ ਰਚਿਆ, ਤਰਨਤਾਰਨ ਸਰੋਵਰ ਰਚਿਆ ਅਤੇ ਨਗਰ ਵਸਾਇਆ, ਕਰਤਾਰਪੁਰ ਨਗਰ ਵਸਾਇਆ, ਲਾਹੌਰ ਬੌਲੀ ਸਾਹਿਬ ਅਤੇ ਸਤਸੰਗ ਵਾਸਤੇ ਧਰਮਸ਼ਾਲਾ ਬਣਾਈ, ਛੇਹਰਟਾ ਖੂਹ ਲਵਾਇਆ, ਬਾਣੀ ਇਕੱਤਰ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਕੇ ਸਿੱਖ ਸੰਗਤਾਂ ਦੇ ਉਧਾਰ ਵਾਸਤੇ ਆਪ ਬੇਅੰਤ ਬਾਣੀ ਰਚ ਕਰਕੇ ਗ੍ਰੰਥ ਸਾਹਿਬ ਦੀ ਬੀੜ ਵਿੱਚ ਦਰਜ ਕੀਤੀ, ਰਾਮਸਰ ਸਰੋਵਰ ਰਚਿਆ, ਸੱਚ ਅਤੇ ਸੱਚੇ ਅਸੂਲ ਦੀ ਖਾਤਰ ਆਪਣੀ ਸ਼ਹੀਦੀ ਦੇ ਦਿੱਤੀ। ਸਾਰੇ ਹੀ ਆਖ ਲਈਏ ਗੁਰੂ ਅਰਜਨ ਦੇਵ ਜੀ ਦੀ ਮਹਿਮਾ ਵਿੱਚ ਜਗ ਔਰ ਨ ਯਾਹੇ ਮਹਾਤਮ ਮੈਂ अवतार उजागर आन कियो तिनके दुख कोटक दूर गए मथुरा जिन अमृत नाम पियो ए पधत ते मत चूके रेमन भेद विभेद न जान बियो पर तच
हृदय गुर अर्जन के हर पूਰਨ ब्रह्म निवास लियो। गुरु जी मानव हित उपदेश ਦਿੰਦੇ ਹਨ। ਭਈ ਪਰਾਪਤ ਮਾਨੁਖ ਦੀ ਹੋਰੀਆ, ਗੋਬਿੰਦ ਮਿਲਣ ਕੀ ਤੇਰੀ ਬਰੀਆ, ਅਵਰ ਕਾਜ ਤੇਰੇ ਕੀਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੇ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, शरण परे की राखो शर्मा। सारे आख लीए धन धन श्री सतगुरु अर्जन देव जी। उन्हां दे चरणां विच साडी नमस्कार है।